ਸਤਿ ਸ਼੍ਰੀ ਅਕਾਲ, ਆਪ ਸਾਰਿਆਂ ਦਾ ਸਵਾਗਤ ਹੈ ਅਜਿਹੇ ਸੈਸ਼ਨ ਵਿੱਚ। ਅੱਜ ਆਪਾਂ ਸੈਮੀਕੰਡਕਟਰ ਡਾਇਓਡ ਦਾ ਪ੍ਰਯੋਗ ਕਰਕੇ ਹਾਫ ਵੇਵ, ਫੁੱਲ ਵੇਵ ਤੇ ਬ੍ਰਿਜ ਰੈਕਟੀਫਾਇਰ ਦੇ ਨਿਰਮਾਣ ਬਾਰੇ ਗੱਲ ਕਰਾਂਗੇ। ਆਓ ਇਸ ਵਿਸ਼ੇ ਬਾਰੇ ਵਿਸਤਾਰ ਨਾਲ ਸਮਝੀਏ। ਸੈਸ਼ਨ ਉਦੇਸ਼ਾਂ। ਇਸ ਵੀਡੀਓ ਦੇ ਅੰਤ ਵਿੱਚ ਤੁਸੀਂ ਇਹਨਾਂ ਕੰਸਟਰਕਟ ਕਰ ਸਕਦੇ ਹੋ। ਹਾਫ ਵੇਵ ਰੈਕਟੀਫਾਇਰ ਬਣਾਉਣ ਅਤੇ ਟੈਸਟ ਕਰਨ ਲਈ ਦੋ ਡਾਇਓਡਾਂ ਦੀ ਮਦਦ ਨਾਲ ਪੂਰਾ ਵੇਵ ਰੈਕਟੀਫਾਇਰ ਬਣਾਉਣ ਅਤੇ ਟੈਸਟ ਕਰਨ ਲਈ 4 ਡਾਇਓਡਾਂ ਦੀ ਵਰਤੋਂ ਨਾਲ ਬ੍ਰਿਜ ਟਾਈਪ ਪੂਰਾ ਵੇਵ ਰੈਕਟੀਫਾਇਰ ਬਣਾਉਣ ਅਤੇ ਟੈਸਟ ਕਰਨ ਲਈ। ਚੰਗੇ, ਅਸੀਂ ਥੋੜੀ ਦੇਰ ਲਈ ਰੈਕਟੀਫਾਇਰ ਸਰਕਿਟਾਂ ਬਾਰੇ ਚਰਚਾ ਕਰਾਂਗੇ। ਰੈਕਟੀਫਾਇਰ ਸਰਕਿਟਾਂ ਵਾਣੀ ਪ੍ਰੋਵਾਈਡ ਕਰਨ ਵਾਲੇ ਸਰਕਿਟਾਂ ਹਨ ਜੋ ਪਾਵਰ ਸਪਲਾਈਆਂ ਲਈ ਜ਼ਰੂਰੀ ਹਨ ਅਤੇ ਜੋ ਇੱਕ AC ਇਨਪੁਟ ਵੋਲਟੇਜ ਨੂੰ ਇੱਕ DC ਵੋਲਟੇਜ ਸਪਲਾਈ ਵਿੱਚ ਬਦਲ ਦਿੰਦੇ ਹਨ ਜੋ ਇਲੈਕਟ੍ਰੋਨਿਕ ਸਰਕਿਟਾਂ ਨੂੰ ਚਲਾਉਣ ਲਈ ਵਰਤਿਆ ਜਾ ਸਕਦਾ ਹੈ। ਇਲੈਕਟ੍ਰੀਕਲ ਸਿਗਨਲ ਘਰਾਂ ਤੱਕ AC ਫਾਰਮ ਸਾਈਨੂਸੋਇਡਲ ਫਾਰਮ ਵਿੱਚ ਪ੍ਰਾਪਤ ਹੁੰਦੇ ਹਨ, ਪਰ ਹਾਲਾਂਕਿ ਅਸੀਂ ਸਿਰਫ DC ਸਪਲਾਈ ਨੂੰ ਵਰਤ ਕੇ ਬਹੁਤ ਸਾਰੇ ਇਲੈਕਟ੍ਰੋਨਿਕ ਉਪਕਰਣ ਅਤੇ ICs ਚਲਾ ਸਕਦੇ ਹਾਂ। ਇਸ ਲਈ ਅਸੀਂ ਸੱਜਾ ਇਲੈਕਟ੍ਰੋਨਿਕ ਸਰਕਿਟ ਦੀ ਵਰਤੋਂ ਕਰੀਏ ਗਏ ਹਨ ਜੋ AC ਇਨਪੁਟ ਨੂੰ DC ਆਉਟਪੁੱਟ ਵਿੱਚ ਬਦਲਦਾ ਹੈ। AC ਸਾਈਨੂਸੋਇਡਲ ਸਿਗਨਲ ਨੂੰ DC ਸਿਗਨਲ ਵਿੱਚ ਤਬਦੀਲ ਕਰਨ ਦੇ ਪ੍ਰਕਿਰਿਆ ਨੂੰ ਰੈਕਟੀਫਿਕੇਸ਼ਨ ਕਿਹਾ ਜਾਂਦਾ ਹੈ। ਜੋ ਇਲੈਕਟ੍ਰੋਨਿਕ ਸਰਕਿਟ ਰੈਕਟੀਫਿਕੇਸ਼ਨ ਕਰਦਾ ਹੈ ਉਹ ਰੈਕਟੀਫਾਇਰ ਸਰਕਿਟ ਦੇਖਾ ਜਾਂਦਾ ਹੈ। ਰੈਕਟੀਫਾਇਰ ਸਰਕਿਟ ਵਿੱਚ ਟਰਾਂਸਫਾਰਮਰ, ਡਾਇਓਡ, ਕੈਪੈਸਿਟਰ ਅਤੇ ਰੈਜ਼ਿਸਟਰਾਂ ਸ਼ਾਮਲ ਹੋਣਗੇ ਜੋ ਸਾਥ ਵਿੱਚ ਕੰਪੈਕਟਲੀ AC ਪਾਵਰ ਨੂੰ DC ਪਾਵਰ ਵਿੱਚ ਇਕੱਠਾ ਕਰਨ ਲਈ ਕੰਮ ਕਰਦੇ ਹਨ। ਰੈਕਟੀਫਾਇਰ ਸਰਕਿਟਾਂ ਦੇ ਕਿਸਮਾਂ। ਹਾਫ ਵੇਵ ਰੈਕਟੀਫਾਇਰ, ਪੂਰਾ ਵੇਵ ਰੈਕਟੀਫਾਇਰ, ਬ੍ਰਿਜ ਰੈਕਟੀਫਾਇਰ। ਹਾਫ ਵੇਵ ਰੈਕਟੀਫਾਇਰ ਸਰਕਿਟ। ਇਸ ਸਰਕਿਟ ਦੇ ਸਭ ਤੋਂ ਸਰਲ ਰੂਪ ਵਿੱਚ ਇੱਕ ਡਾਇਓਡ ਦੀ ਵਰਤੋਂ ਨਾਲ ਇੱਕ AC ਤੋਂ DC ਬਦਲਾ ਜਾਂਦਾ ਹੈ। ਇੱਕ ਵਰਤੋਂਕਾਰੀ AC ਤੋਂ ਹਾਫ ਵੇਵ ਰੈਕਟੀਫਾਇਰ ਕਿਹਾ ਜਾਂਦਾ ਹੈ। ਡਾਇਓਡ D ਇੱਕ ਇਸ ਲਈ ਕਾਰਵਾਈ ਕਰਦਾ ਹੈ ਕਿ ਇਸ ਨੂੰ ਅੱਗੇ ਪ੍ਰਵਰਤਿਤ ਕੀਤਾ ਜਾ ਰਿਹਾ ਹੈ। ਵਿਦਾਈ ਦੀ ਸਪਲਾਈ ਦੇ ਸਕੈਂਡਰ ਦੇ ਪ੍ਰਵਾਹ ਨੂੰ ਡਾਇਓਡ D1 ਦੇ ਮੁਸ਼ਕਿਲ ਇਨਹਿਬਿਟ ਕਰ ਰਿਹਾ ਹੈ। ਇਸ ਦੌਰਾਨ RL ਨੂੰ ਇਨਪੁਟ ਦੇ ਨੈਗੇਟਿਵ ਟਰਮੀਨਲ ਨਾਲ ਜੋੜਿਆ ਜਾਂਦਾ ਹੈ। ਇਸ ਦੌਰਾਨ RL ਉੱਤੇ ਇੱਕ ਵੋਲਟੇਜ ਵਿਕਸਤ ਹੁੰਦਾ ਹੈ। ਸੈਕੰਡਰੀ ਵੋਲਟੇਜ ਦੇ ਸੈਕੰਡਰੀ ਹਾਫ ਸਾਈਕਲ ਦੌਰਾਨ ਡਾਇਓਡ D1 ਅੱਗੇ ਬਾਇਸਡ ਹੈ ਅਤੇ ਡਾਇਓਡ D2 ਪਿੱਛੇ ਬਾਇਸਡ ਹੈ। ਕਰੰਟ RL ਲੋਡ ਰਜਿਸਟਰ ਡਾਇਓਡ D1 ਅਤੇ ਸੈਕੰਡਰੀ ਵਾਈਂਡਿੰਗ ਦੇ ਉੱਪਰ ਹਾਫ ਦੇ ਰਾਸਤੇ ਦੇ ਜਾ ਰਿਹਾ ਹੈ। ਸੈਕੰਡਰੀ ਵੋਲਟੇਜ ਦੇ ਨੈਗੇਟਿਵ ਹਾਫ ਸਾਈਕਲ ਦੌਰਾਨ ਡਾਇਓਡ D2 ਅੱਗੇ ਬਾਇਸਡ ਹੈ ਅਤੇ ਡਾਇਓਡ D1 ਪਿੱਛੇ ਬਾਇਸਡ ਹੈ। ਇਸ ਲਈ ਕਰੰਟ RL ਲੋਡ ਰਜਿਸਟਰ ਡਾਇਓਡ D2 ਅਤੇ ਸੈਕੰਡਰੀ ਵਾਈਂਡਿੰਗ ਦੇ ਲੋਅਰ ਹਾਫ ਦੇ ਰਾਸਤੇ ਦੇ ਜਾ ਰਿਹਾ ਹੈ। ਬ੍ਰਿਜ ਰੈਕਟੀਫਾਇਰ। ਇਹ ਪੂਰਾ ਵੇਵ ਰੈਕਟੀਫਾਇਰ ਹੈ। ਬ੍ਰਿਜ ਰੈਕਟੀਫਾਇਰ ਵਿੱਚ 4 ਡਾਇਓਡ ਵਰਤੇ ਜਾਂਦੇ ਹਨ। ਟਰਾਂਸਫਾਰਮਰ ਦੇ ਸੈਕੰਡਰੀ ਤੇ ਕੋਈ ਸੈਂਟਰ ਟੈਪ ਨਹੀਂ ਹੈ। ਸੈਕੰਡਰੀ ਵੋਲਟੇਜ ਦੇ ਸੈਕੰਡਰੀ ਦੌਰਾਨ ਡਾਇਓਡ D2 ਅਤੇ D3 ਅੱਗੇ ਬਾਇਸਡ ਹਨ। ਇਸ ਲਈ ਕਰੰਟ ਡਾਇਓਡ D2 ਲੋਡ ਰੈਸਿਸਟੈਂਸ RL ਅਤੇ D3 ਦੇ ਰਾਸਤੇ ਦੂਜੇ ਸੈਕੰਡਰੀ ਦੇ ਇੱਕ ਕਿਨਾਰੇ ਦੇ ਜਾ ਰਿਹਾ ਹੈ। ਨੈਗੇਟਿਵ ਹਾਫ ਦੌਰਾਨ ਸੈਕੰਡਰੀ ਵੋਲਟੇਜ ਦੌਰਾਨ ਡਾਇਓਡ D1 ਅਤੇ D4 ਕੰਡਕਟਿੰਗ ਹਨ। ਕਰੰਟ ਡਾਇਓਡ D4 ਰੈਸਿਸਟਰ RL ਅਤੇ ਡਾਇਓਡ D1 ਦੇ ਰਾਸਤੇ ਸੈਕੰਡਰੀ ਦੇ ਦੂਜੇ ਕਿਨਾਰੇ ਦੇ ਜਾ ਰਿਹਾ ਹੈ। ਰੈਕਟੀਫਾਇਰ ਸਰਕਿਟ ਦੀ ਵਰਤੋਂ। ਰੈਕਟੀਫਾਇਰ ਸਰਕਿਟ ਨੂੰ ਡੀਮੋਡੂਲੇਟਰ AM ਰੇਡੀਓ ਸਰਕਿਟਾਂ ਵਿੱਚ ਡਿਟੈਕਟਰ, ਅਨਇੰਟਰਪ੍ਰੀਟੇਬਲ ਪਾਵਰ ਸਪਲਾਈ UPS ਸਰਕਿਟਾਂ, ਹੋਮ ਇਨਵਰਟਰ, ਮੋਬਾਈਲ ਫੋਨਾਂ, ਲੈਪਟਾਪਾਂ ਅਤੇ ਉਦਯੋਗਾਂ ਵਿੱਚ ਸਭ ਇਲੈਕਟ੍ਰੋਨਿਕ ਸਰਕਿਟਾਂ ਵਿੱਚ ਵਰਤਦਾ ਹੈ। ਚੱਲੋ ਇਸ ਮਿਹਨਤ ਲਈ ਲੋੜੀਂਦੇ ਸਾਧਨ ਅਤੇ ਸਾਮੱਗਰੀਆਂ ਨੂੰ ਇਕੱਠੇ ਕਰੀਏ। ਸੋਲਡਰਿੰਗ ਆਇਰਨ 25 ਵਾਟ/250 ਵੋਲਟ 1 ਮੂਵਿੰਗ ਕੋਇਲ ਵੋਲਟਮੀਟਰ 0 ਤੋਂ 30 ਵੋਲਟ 1 ਮਲਟੀਮੀਟਰ ਡਿਜੀਟਲ 1 ਲਗ ਬੋਰਨ ਜਨਰਲ ਪਰਪੋਜ਼ 5.1 ਡਾਇਓਡ IN4007 4 ਰਜਿਸਟਰ 470 ओम 1 स्टेप डाउन ट्रांसफार्मर 240 वोल्ट/12.0.12 500 मिलीएम्पियर 1 मल्टी स्ट्रैंड वायर लाल नीला 23/0.2 650 वोल्ट ग्रेड जो जरूरी है। मेनस कोड 3 कोर केबल 1 रेजिन कोर सोल्डर 60/40 सोल्डरिंग पेस्ट 10 ग्राम 1 बेस बोरन 1 कैथोड रे ओस्कोप 1 डायोड ਨੂੰ ਟੈਸਟ ਕਰਨਾ। ਮਲਟੀਮੀਟਰ ਨੂੰ ਡਾਇਓਡ ਸਥਿਤੀ ਜਾਂ ਡਾਇਓਡ ਚੈੱਕ ਸਥਿਤੀ ਵਰਤ ਕੇ ਸੈਲੈਕਟਰ ਸਵਿਚ ਵਿੱਚ ਰੱਖੋ। ਮਲਟੀਮੀਟਰ ਦੇ ਲਾਲ ਅਤੇ ਕਾਲਾ ਪ੍ਰੋਬ ਨੂੰ ਡਾਇਓਡ ਦੇ ਐਨੋਡ ਅਤੇ ਕੈਥੋਡ ਤੇ ਰੱਖੋ। ਇਸ ਤਰ੍ਹਾਂ ਨੂੰ ਅੱਗੇ ਬਾਇਸਡ
ਟੇਬਲ ਨਾਲ ਪੜ੍ਹਦੇ ਹੋਏ ਰੀਡਿੰਗ ਨੂੰ ਪੜ੍ਹੋ। ਹੁਣ ਮਲਟੀਮੀਟਰ ਪ੍ਰੋਬ ਉਲਟ ਕਰੋ। ਲਾਲ ਅਤੇ ਕਾਲਾ ਪ੍ਰੋਬ ਨੂੰ ਡਾਇਓਡ ਦੇ ਕੈਥੋਡ ਅਤੇ ਐਨੋਡ ਤੇ ਰੱਖੋ ਉਲਟ ਬਾਇਸਡ। ਟੇਬਲ ਨਾਲ ਪੜ੍ਹਦੇ ਹੋਏ ਰੀਡਿੰਗ ਨੂੰ ਪੜ੍ਹੋ। ਜੇ ਰੀਡਿੰਗ ਸਾਰੇ ਨੇਹੋ ਮੈਚ ਹੁੰਦੀ ਹੈ ਤਾਂ ਡਾਇਓਡ ਠੀਕ ਹੈ, ਹੋਰਨਾ ਡਾਇਓਡ ਗੱਡੀ ਹੈ। ਕਾਰਜ 1, ਕੰਸਟਰਕਟ ਹਾਫ ਵੇਵ ਰੈਕਟੀਫਾਇਰ ਅਤੇ ਇਸ ਨੂੰ ਟੈਸਟ ਕਰੋ ਲਈ ਕਾਰਜ 1, ਡਾਇਓਡ ਦੇ ਐਨੋਡ ਅਤੇ ਕੈਥੋਡ ਦੇ ਟਰਮੀਨਲਾਂ ਨੂੰ ਦ੍ਰਿਸ਼ਟੀਗੋਚਰ ਕਰੋ। ਆਮ ਤੌਰ ਤੇ 2 ਟਰਮੀਨਲ ਡਾਇਓਡਾਂ ਵਿੱਚ ਕੈਥੋਡ ਟਰਮੀਨਲ ਨੂੰ ਇੱਕ ਚਾਂਦੀ ਰੰਗ ਦੀ ਪੋਸ਼ਾਕ ਹੁੰਦੀ ਹੈ ਅਤੇ ਉਲਟੇ ਸਾਈਡ ਨੂੰ ਐਨੋਡ ਟਰਮੀਨਲ ਦੇ ਰੂਪ 'ਚ ਪਛਾਣਿਆ ਜਾਂਦਾ ਹੈ। ਦਿੱਤੇ ਗਏ ਟਰਾਂਸਫਾਰਮਰ ਦੇ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗਾਂ ਦੀ ਸੰਚਾਰਤਾ ਟੈਸਟ ਕਰੋ ਮਲਟੀਮੀਟਰ ਦੀ ਸਹਾਇਤਾ ਨਾਲ। ਦਿੱਤੇ ਗਏ ਟਰਾਂਸਫਾਰਮਰ ਦੀ ਸਪੈਸੀਫਿਕੇਸ਼ਨ ਰਿਕਾਰਡ ਕਰੋ। ਵੀ ਸੈਕੰਡਰੀ ਸਾਈਡ ਤੇ ਵੋਲਟਮੀਟਰ ਜਾਂ ਮਲਟੀਮੀਟਰ ਦੀ ਸਹਾਇਤਾ ਨਾਲ 240 ਵੋਲਟ AC ਇਨਪੁਟ ਲਾਗੂ ਕਰੋ ਅਤੇ ਡਿਜ਼ਾਇਰਡ ਆਊਟਪੁੱਟ ਵੋਲਟੇਜ ਦੀ ਜਾਂਚ ਕਰੋ। ਜੇ ਡਿਜ਼ਾਇਰਡ ਵੋਲਟੇਜ ਦੀ ਸੰਚਾਰਤਾ ਨਹੀਂ ਹੋ ਰਹੀ ਹੈ ਤਾਂ ਟਰਾਂਸਫਾਰਮਰ ਨੂੰ ਇੱਕ ਚੰਗਾ ਨਾਲ ਬਦਲ ਦਿਓ। ਟੈਸਟ ਕੀਤੇ ਗਏ ਟਰਾਂਸਫਾਰਮਰ ਨੂੰ ਸੁਈਟੇਬਲ ਸਾਈਜ਼ ਨਟਸ, ਵਾਸ਼ਰਾਂ ਅਤੇ ਬੋਲਟਾਂ ਦੀ ਸਹਾਇਤਾ ਨਾਲ ਬੇਸ ਬੋਰਡ ਤੇ ਮਾਊਂਟ ਕਰੋ। ਟਰਾਂਸਫਾਰਮਰ ਦੇ ਪ੍ਰਾਇਮਰੀ ਸਾਈਡ ਤੇ 3 ਪਿੰਚ ਪਾਵਰ ਕਾਰਡ ਨੂੰ ਸੋਲਡਰ ਕਰੋ ਅਤੇ ਟਰਾਂਸਫਾਰਮਰ ਦੇ ਮੈਟਲ ਕਵਰ ਤੇ 30 ਪਿਨ ਮਾਊਂਟ ਕਰੋ। ਮੇਨਸ ਚਾਲੂ ਕਰੋ। ਵੋਲਟਮੀਟਰ ਜਾਂ ਮਲਟੀਮੀਟਰ ਨਾਲ ਮੇਨਸ ਵੋਲਟੇਜ ਅਤੇ ਟਰਾਂਸਫਾਰਮਰ ਸੈਕੰਡਰੀ ਵੋਲਟੇਜ VSR/MS ਰੈਕਟੀਫਾਇਰ ਲਈ AC ਇਨਪੁੱਟ ਨੂੰ ਮੈਜ਼ਰ ਅਤੇ ਰਿਕਾਰਡ ਕਰੋ। ਸੈਕੰਡਰੀ ਸਾਈਡ ਤੇ AC ਵੋਲਟੇਜ ਇਕੁਅਲਸ 12 ਵੋਲਟ। ਰੈਕਟੀਫਾਇਰ ਡਾਇਓਡ ਨੂੰ ਲਗ ਬੋਰਡ ਤੇ ਸੋਲਡਰਿੰਗ ਦੁਆਰਾ ਮਾਊਂਟ ਕਰੋ। ਟਰਾਂਸਫਾਰਮਰ ਨੂੰ ਡਾਇਓਡ ਦੇ ਸਹੀ ਪੋਲੈਰਿਟੀ ਨਾਲ ਸਰਕਿਟ ਡਾਇਗ੍ਰਾਮ 'ਚ ਦਿਖਾਏ ਗਏ ਤੌਰ ਤੇ ਕਨੈਕਟ ਕਰੋ। ਸਰਕਿਟ ਡਾਇਗ੍ਰਾਮ 'ਚ ਦਿਖਾਏ ਗਏ ਤੌਰ ਤੇ ਰੈਜਿਸਟਰ 470 ਓਹਮ ਨੂੰ ਲੋਡ ਵਜੋਂ 'ਚ ਕਨੈਕਟ ਕਰੋ। AC ਮੇਨਸ ਚਾਲੂ ਕਰੋ। DC ਵੋਲਟੇਜ ਰੇਂਜ ਨੂੰ ਮਲਟੀਮੀਟਰ 'ਚ ਸੈਟ ਕਰੋ ਅਤੇ ਰੈਜਿਸਟਰ ਦੇ ਪਾਰੇ DC ਆਊਟਪੁੱਟ ਵੋਲਟੇਜ ਨੂੰ ਮੇਜ਼ਰ ਕਰੋ। DC ਆਊਟਪੁੱਟ ਵੋਲਟੇਜ 5 ਵੋਲਟ ਹੋਣੀ ਚਾਹੀਦੀ ਹੈ। ਸਰਕਿਟ ਬੰਦ ਕਰੋ। ਡਾਇਓਡ ਅਤੇ ਟਰਾਂਸਫਾਰਮਰ ਨੂੰ ਅਲੱਗ ਕਰੋ ਅਤੇ CRO ਨੂੰ ਟਰਾਂਸਫਾਰਮਰ ਦੇ ਸੈਕੰਡਰੀ ਸਾਈਡ ਤੇ ਕਨੈਕਟ ਕਰੋ। ਟਰਾਂਸਫਾਰਮਰ ਅਤੇ CRO ਚਾਲੂ ਕਰੋ ਅਤੇ CRO ਮੋਨੀਟਰ ਤੇ ਇਨਪੁੱਟ ਵੋਲਟੇਜ ਸਾਈਨ ਵੇਵ ਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਚੈੱਕ ਕਰੋ। ਹੁਣ CRO ਨੂੰ ਹਟਾਓ। ਹਾਫ ਵੇਵ ਰੈਕਟੀਫਾਇਰ ਨੂੰ ਰੀਕਨਸਟਰਕਟ ਕਰੋ ਅਤੇ ਲੋਡ ਰੈਜਿਸਟਰ 470 ਓਹਮ ਦੇ ਪਾਰੇ CRO ਨੂੰ ਕਨੈਕਟ ਕਰੋ ਅਤੇ ਹਾਫ ਵੇਵ ਸਾਈਨ ਵੇਵ ਲਈ ਚੈੱਕ ਕਰੋ। ਸਰਕਿਟ ਬੰਦ ਕਰੋ। ਡਾਇਓਡ ਕਨੈਕਸ਼ਨ ਉਲਟ ਕਰੋ ਜਿਵੇਂ ਸਰਕਿਟ ਡਾਇਗ੍ਰਾਮ 'ਚ ਦਿਖਾਇਆ ਗਿਆ ਹੈ ਅਤੇ CRO ਵਿੱਚ ਆਊਟਪੁੱਟ ਚੈੱਕ ਕਰੋ ਜਿਵੇਂ ਕਿ ਦਿਖਾਇਆ ਗਿਆ ਹੈ। ਕਾਰਜ 2, ਸੈਂਟਰ ਟੈਪ ਟਰਾਂਸਫਾਰਮਰ ਨਾਲ ਪੂਰਨ ਵੇਵ ਰੈਕਟੀਫਾਇਰ ਬਣਾਓ। ਸੈਂਟਰ ਟੈਪ ਟਰਾਂਸਫਾਰਮਰ ਇੱਕ ਉਪਕਰਨ ਹੈ ਜਿਸ 'ਚ ਇਸ ਦੇ ਸੈਕੰਡਰੀ ਵਾਈਂਡਿੰਗ ਦੀ ਬੀਚ 'ਚ ਟੈਪਿੰਗ ਹੈ। ਇੱਕ ਸੈਂਟਰ ਟੈਪ ਟਰਾਂਸਫਾਰਮਰ ਨਾਲ ਇੱਕ ਨਾਲਮ ਟਰਾਂਸਫਾਰਮਰ ਵੀ ਇੱਕ ਹੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਦੇ ਵੱਲ ਦਾ ਇੱਕ ਮਾਤਰਾ ਇਹ ਹੈ ਕਿ ਇਸ ਦਾ ਸੈਕੰਡਰੀ ਵਾਈਂਡਿੰਗ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਤਾਂ ਕਿ 2 ਇੰਡੀਵਿਜੂਅਲ ਵੋਲਟੇਜ ਲਾਈਨ ਦੇ 2 ਪਾਸੇ ਹਾਸਲ ਕੀਤੇ ਜਾ ਸਕਣ। ਦਿੱਤੇ ਗਏ ਕੰਪੋਨੈਂਟਸ ਦੀ ਚੰਗੀ ਸਥਿਤੀ ਦੀ ਪੁਸ਼ਟੀ ਕਰਨ ਲਈ ਚੈੱਕ ਕਰੋ। ਟਰਾਂਸਫਾਰਮਰ ਦੇ ਪ੍ਰਾਇਮਰੀ ਪਾਸੇ ਤੇ 240 ਵੋਲਟ 50 ਹਰਜ਼ AC ਸਪਲਾਈ ਕਨੈਕਟ ਕਰੋ। ਸਪਲਾਈ ਚਾਲੂ ਕਰੋ। ਮਲਟੀਮੀਟਰ ਨੂੰ 50 ਵੋਲਟ ਤੋਂ ਹੇਠਾਂ ਰੇਂਜ ਵਿੱਚ ਸੈੱਟ ਕਰੋ ਅਤੇ ਸੈਕੰਡਰੀ ਪਾਸੇ ਤੇ ਟਰਮੀਨਲ 2 ਅਤੇ 3 ਵਿੱਚ ਪ੍ਰੋਬ ਰੱਖੋ। ਯਕੀਨੀ ਬਣਾਓ ਕਿ ਮਲਟੀਮੀਟਰ 12 ਵੋਲਟ ਦਿਖਾਏ। ਇਸੇ ਤਰੀਕੇ ਨਾਲ ਟਰਮੀਨਲ 3 ਅਤੇ 4 ਵਿੱਚ ਵੀ 12 ਵੋਲਟ ਹੋਣਾ ਚਾਹੀਦਾ ਹੈ। ਸਕੀਮੈਟਿਕ ਅਤੇ ਲੇਆਊਟ ਡਾਇਗ੍ਰਾਮ 'ਚ ਦਿਖਾਇਆ ਗਿਆ ਪੂਰਨ ਵੇਵ ਰੈਕਟੀਫਾਇਰ ਸਰਕਿਟ ਬਣਾਉਣ ਲਈ ਪੂਰਨ ਵੇਵ ਸਰਕਿਟ ਵਿੱਚ 2 ਡਾਈ D1 ਅਤੇ D2 ਸ਼ਾਮਲ ਹਨ, ਜਿੱਥੇ ਡਾਈ D1 ਟਰਾਂਸਫਾਰਮਰ ਸੈਕੰਡਰੀ ਟਰਮੀਨਲ 2 ਨਾਲ ਜੁੜਿਆ ਹੈ, ਜਦਕਿ ਡਾਈ D2 ਦਾ ਐਨੋਡ ਟਰਮੀਨਲ 4 ਨਾਲ ਜੁੜਿਆ ਹੋਇਆ ਹੈ। D1 ਅਤੇ D2 ਦੇ ਕੈਥੋਡ ਵਿੱਚ ਇੱਕ ਛੋਟੀ ਬਣਾਓ ਅਤੇ ਲੋਡ ਰੈਜਿਸਟੈਂਸ ਟਰਾਂਸਫਾਰਮਰ ਦੇ ਸੈਂਟਰ ਟੈਪ ਟਰਮੀਨਲ 3 ਅਤੇ D1 ਅਤੇ D2 ਦੀਆਂ ਕੈਥੋਡ ਟਰਮੀਨਲਾਂ ਦੇ ਵਿੱਚ ਜੋੜਿਆ ਜਾਂਦਾ ਹੈ। AC ਸਵਿਚ ਆਨ ਐਂਡ ਮੇਨੀਸ ਨੂੰ ਜਾਂਚੋ। ਮਲਟੀਮੀਟਰ ਵਿੱਚ DC ਵੋਲਟੇਜ ਰੇਂਜ ਸੈੱਟ ਕਰੋ ਅਤੇ ਰੈਜਿਸਟਰ ਦੇ ਪਾਰੇ DC ਆਊਟਪੁੱਟ ਵੋਲਟੇਜ ਨੂੰ ਮੇਜ਼ਰ ਕਰੋ। DC ਆਊਟਪੁੱਟ ਵੋਲਟੇਜ ਬਰਾਬਰ 12 ਵੋਲਟ ਹੋਣੀ ਚਾਹੀਦੀ ਹੈ। ਲੋਡ ਰੈਜਿਸਟਰ 470 ਓਹਮ ਦੇ ਪਾਰ ਕਰੋ ਅਤੇ ਰੈਕਟੀਫਾਇਰ ਦੇ ਆਊਟਪੁੱਟ ਲਈ ਜਾਂਚ ਕਰੋ। ਕਾਰਜ 3, ਬ੍ਰਿਜ ਰੈਕਟੀਫਾਇਰ ਬਣਾਓ। 4 ਡਾਈ 1N4007 ਲਓ D1, D2, D3 ਅਤੇ D4 ਅਰਥਾਤ ਐਨੋਡ ਅਤੇ ਕੈਥੋਡ ਟਰਮੀਨਲ ਦਾ ਪਤਾ ਲਗਾਓ। ਸੰਯੁਕਤ ਸੁਰੱਖਿਆ ਪਰੀਖਿਆ ਅਤੇ ਟਰਾਂਸਫਾਰਮਰ ਦੇ ਆਊਟਪੁੱਟ ਵੋਲਟੇਜ ਲਈ ਜਾਂਚ ਕਰੋ।
ਸਰਕਿਟ ਡਾਇਗਰਾਮ ਵਿੱਚ ਦਿਖਾਇਆ ਗਿਆ ਤੌਰ ਤੇ ਡਾਇਡਸ ਜੋੜੋ। D2 ਦੇ ਕੈਥੋਡ ਟਰਮੀਨਲ ਅਤੇ D1 ਦੇ ਐਨੋਡ ਟਰਮੀਨਲ ਨੂੰ ਬਿੰਦੂ A ਤੇ ਜੋੜੋ। D1 ਦੇ ਕੈਥੋਡ ਟਰਮੀਨਲ ਅਤੇ D4 ਦੇ ਕੈਥੋਡ ਨੂੰ ਬਿੰਦੂ ਦੱਦਾ ਤੇ D3 ਦੇ ਕੈਥੋਡ ਟਰਮੀਨਲ ਅਤੇ D4 ਦੇ ਐਨੋਡ ਟਰਮੀਨਲ ਨੂੰ ਬਿੰਦੂ B ਤੇ ਅਤੇ D2 ਅਤੇ D3 ਦੇ ਦੋਵਾਂ ਐਨੋਡ ਟਰਮੀਨਲ ਨੂੰ ਬਿੰਦੂ C ਤੇ ਜੋੜੋ। ਟਰਾਂਸਫਾਰਮਰ ਦਾ ਦੂਜਾ ਟਰਮੀਨਲ ਬਿੰਦੂ A ਅਤੇ B ਦਰਮਿਆਨ ਅਤੇ ਲੋਡ ਰੈਜਿਸਟਰ ਬਿੰਦੂ C ਅਤੇ D ਦਰਮਿਆਨ ਜੋੜੋ। ਸਰਕਿਟ ਨੂੰ ਚਾਲੂ ਕਰੋ। ਮਲਟੀਮੀਟਰ ਨੂੰ 50 ਤੋਂ ਹੇਠਾਂ ਵੱਲੋਂ DC ਵੋਲਟੇਜ ਵਰਗ ਉੱਤੇ ਸੈੱਟ ਕਰੋ। ਦੋਨੋਂ ਰੈਜਿਸਟਰ ਟਰਮੀਨਲਾਂ ਦੇ ਵਿੱਚ ਪ੍ਰੋਬ ਰੱਖੋ ਅਤੇ DC ਵੋਲਟੇਜ ਨੂੰ ਮਾਪੋ। ਲੋਡ ਰੈਜਿਸਟਰ ਦੇ ਅਤੇ ਰੈਕਟੀਫਾਇਰ ਦੇ ਆਉਟਪੁੱਟ ਲਈ CRO ਨੂੰ ਜੋੜੋ ਅਤੇ ਜਾਂਚ ਕਰੋ। ਅੱਜ ਦੇ ਸੈਸ਼ਨ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਨੂੰ ਉਮੀਦ ਹੈ ਤੁਸੀਂ ਸੈਮੀਕੰਡਕਟਰ ਡਾਇਟ ਦਾ ਪ੍ਰਯੋਗ ਕਰਕੇ ਹਾਫ ਵੇਵ, ਫੁੱਲ ਵੇਵ ਤੇ ਬ੍ਰਿਜ ਰੈਕਟੀਫਾਇਰ ਦੇ ਨਿਰਮਾਣ ਦੇ ਉਦੇਸ਼ ਸਿੱਖ ਲਿੱਤੇ ਹੋਣੇ ਆ। ਕਿਰਪਾ ਕਰਕੇ ਤੁਹਾਡੇ ਪ੍ਰਸ਼ਿਕਸ਼ਕਾਂ ਦੇ ਨਾਲ ਇਸ ਵਿਸ਼ੇ ਦਾ ਅਭਿਆਸ ਕਰਿਓ। ਹੈਪੀ ਲਰਨਿੰਗ।